Hello everyone. So the writer we are going to discuss today is George Eliot. As we all know that George Eliot belongs to Victorian age and she is one of the most proficient, or we can say that she is one of the most significant writers of this age. So let's begin. George Eliot full name was Mary Ann Evans. This is very important कि George Eliot ਦਾ full name ਕੀ ਸੀ Mary Ann Evans ਜਾਂ ਫਿਰ ਜਿਹਨੂੰ ਕਹਿ ਸਕਦੇ ਇਹਨਾਂ ਦਾ original name ਕੀ ਸੀ Mary Ann Evans. She was born on 22nd November 1819 in England and died on 22nd of December 1880 in England. She was an English novelist, poet, journalist, as well as a translator, and she wrote total 7 novels. जॉर्ज एलियट की सी एक नॉवलिस्ट भी सी, उन्होंने नॉवेल्स बहुत सारे लिखे है, पोइट्री सेक्शन भी लिखे है, जर्नलिस्ट भी सी एंड एज वेल एज अ ट्रांसलेटर. ट्रांसलेट उन्होंने एक बुक भी ट्रांसलेट की सी, द बुक ऑफ जीसस. ठीक है, उन्होंने नॉवेल्स कितने लिखे सी? टोटल 7 नॉवेल्स लिखे सी. She is known for the psychological depth of her characters and her descriptions of the English rural life. ਜਿਵੇਂ ਕਿ ਆਪਾਂ ਪੜ੍ਹਿਆ ਅੱਗੇ ਕਿ ਜਿਵੇਂ ਚਾਰਲਸ ਡਿਕਨਸ ਸੀ ਜਾਂ ਫਿਰ ਜਿਹੜੇ ਥਾਮਸ ਹਾਰਡੀ ਸੀਗੇ, ਉਹਨਾਂ ਨੇ ਜਿਵੇਂ ਥਾਮਸ ਹਾਰਡੀ ਨੇ ਆਪਦੀ ਸੈਟਿੰਗ ਯੂਜ਼ ਕੀਤੀ ਸੀ ਵੈਸੈਕਸ, ਜਾਂ ਚਾਰਲਸ ਡਿਕਨਸ ਨੇ ਡਿਪਿਕਟ ਕੀਤਾ ਸੀਗਾ ਇੰਡਸਟਰੀਅਲ ਲਾਈਫ ਨੂੰ ਡਿਪਿਕਟ ਕੀਤਾ ਹੈ, ਡਾਊਨਟ੍ਰੋਡਨ ਕਲਾਸ ਨੂੰ ਡਿਪਿਕਟ ਕੀਤਾ ਹੈ. ਸੇਮ ਲਾਈਕ ਦੈਟ ਜॉर्ज ਐਲੀਅਟ ਨੇ ਕੀ ਕੀਤਾ ਸੀਗਾ, ਜਿਹੜੀ ਰੂਰਲ ਕਲਾਸ ਲਾਈਫ ਸੀਗੀ ਉਹਨਾਂ ਨੂੰ ਆਪਦੇ ਨੋਵਲਸ ਦੇ ਵਿੱਚ ਡਿਪਿਕਟ ਕੀਤਾ ਸੀ. ਐਂਡ ਮੋਸਟ ਆਫ ਹਰ ਨੋਵਲਸ ਦੀ ਸੈਟਿੰਗ ਕਿੱਥੋਂ ਦੀ ਸੀਗੀ? ਇੰਗਲੈਂਡ ਦੀ ਸੈਟਿੰਗ ਸੀਗੀ. ਜਨਰਲ ਇਨਫੋਰਮੇਸ਼ਨ ਹੈ ਕਿ ਜਿਹੜੇ ਜॉर्ज ਐਲੀਅਟ ਸੀਗੇ, ਇਹਨਾਂ ਦੀ ਜਿਹੜੀ ਮੈਰਿਜ ਹੋਈ ਸੀਗੀ, ਇਹਨਾਂ ਦੇ ਹਸਬੈਂਡ ਸੀਗੇ 20 ਇਅਰਸ ਯੰਗਰ ਦੈਨ ਹਰ. ਠੀਕ ਹੈ, 20 ਸਾਲ ਉਹਨਾਂ ਤੋਂ ਛੋਟੇ ਸੀਗੇ. ਤੇ ਇਹਨਾਂ ਨੂੰ ਇਹਨਾਂ ਨੇ ਇੱਕ ਟਰਮ ਵੀ ਕੁਆਇਨ ਕੀਤੀ ਸੀਗੀ, ਉਸ ਟਰਮ ਨੂੰ ਕਿਹਾ ਜਾਂਦਾ ਹੈ ਪੋਪ. ਠੀਕ ਹੈ, POP ਅਗਰ ਟਰਮ ਆ ਜੇ ਕਿ ਆ ਪੋਪ ਦਾ ਰੈਫਰੈਂਸ ਕਿਹੜੇ ਰਾਈਟਰ ਨਾਲ ਹੈ, ਤਾਂ ਉਹ ਰੈਫਰੈਂਸ ਹੈਗੇ ਜॉर्ज ਐਲੀਅਟ ਦੇ ਨਾਲ. ਪੌਪ ਕਿਸ ਚੀਜ਼ ਨੂੰ ਰੈਫਰ ਕਰਦਾ ਹੈ? ਪੌਪ ਰੈਫਰ ਕਰਦਾ ਹੈ ਮਿਊਜ਼ਿਕ ਨੂੰ. ਠੀਕ ਹੈ, ਆਪਾਂ ਸੁਣਦੇ ਹਾਂ ਨਾ ਪੌਪ ਮਿਊਜ਼ਿਕ ਹੁੰਦਾ ਹੈ ਜਾਂ ਫਿਰ ਜੈਜ਼ ਮਿਊਜ਼ਿਕ ਹੁੰਦਾ ਹੈ. ਪੌਪ ਮਿਊਜ਼ਿਕ ਦੀ ਜਿਹੜੀ ਟਰਮ ਕੁਆਇਨੇਜ ਕੀਤੀ ਸੀ ਉਹ ਜॉर्ज ਐਲੀਅਟ ਨੇ ਕੀਤੀ ਸੀ. ਇੱਕ ਹੋਰ ਕੁਐਸਚਨ ਹੈ ਕਿ ਜॉर्ज ਐਲੀਅਟ ਨੇ ਆਪਦਾ ਨੇਮ ਮੈਰੀ ਐਨ ਇਵੈਂਸ ਕਿਉਂ ਨਹੀਂ ਯੂਜ਼ ਕੀਤਾ ਸੀਗਾ? ਠੀਕ ਹੈ, ਦ ਰੀਜ਼ਨ ਬਿਹਾਈਂਡ ਵਾਸ ਦੈਟ, ਇਹਦੇ ਪਿੱਛੇ 2 ਰੀਜ਼ਨ ਸੀਗੇ. ਫਰਸਟ ਰੀਜ਼ਨ ਤਾਂ ਇਹ ਸੀ ਕਿ ਜਿਹੜਾ ਜॉर्ज ਐਲੀਅਟ ਸੀਗੇ, ਇਹਨਾਂ ਨੇ ਕੀ, ਇਹਨਾਂ ਦੇ ਇੱਕ ਲਵਰ ਸੀਗੇ ਲਿਵਾਈਸ, ਉਹਨਾਂ ਨੂੰ ਕੀ ਇੱਕ ਸ਼ਰਧਾਂਜਲੀ ਭੇਂਟ ਕੀਤੀ ਸੀਗੀ ਆਪਦਾ ਆ ਨਾਮ ਰੱਖ ਕੇ. ਐਂਡ ਦ ਸੈਕੰਡ ਰੀਜ਼ਨ ਬਿਹਾਈਂਡ ਵਾਸ ਦੈਟ ਕਿ ਇਹ ਸੋਸਾਇਟੀ ਦੇ ਵਿੱਚ ਆਪਦੇ ਆਪ ਨੂੰ ਪ੍ਰਾਈਵੇਟ ਰੱਖਣਾ ਚਾਹੁੰਦੇ ਸੀ, ਪਬਲਿਕਲੀ ਐਕਸਪਲੋਰ ਨਹੀਂ ਹੋਣਾ ਚਾਹੁੰਦੇ ਸੀ. ਤਾਂ ਕਰਕੇ ਕੀ ਹੈ, ਇਹਨਾਂ ਨੇ ਆਪਦਾ ਨਾਮ ਹੈ ਜਿਹੜਾ ਉਹ ਜॉर्ज ਐਲੀਅਟ ਕੀ ਸੀ ਆਪਣੇ ਐਕਸਪਲੋਰ ਕੀਤਾ ਸੀ ਆਪਦੇ ਵਰਕਸ ਦੇ ਵਿੱਚ, ਤੇ ਮੈਰੀ ਐਨ ਇਵਾਨਸ ਨੂੰ ਕੀ ਹੈ ਇਹਨਾਂ ਨੇ ਪਬਲਿਕਲੀ ਐਕਸਪਲੋਰ ਨਹੀਂ ਕੀਤਾ ਸੀ. ਸੋ ਨੈਕਸਟ, ਜॉर्ज एलियट ਦਾ ਮਾਸਟਰਪੀਸ ਕਿਹੜਾ ਵਰਕ ਸੀਗਾ? ਹਰੇਕ ਰਾਈਟਰ ਦਾ ਕੋਈ ਨਾ ਕੋਈ ਮਾਸਟਰਪੀਸ ਹੁੰਦਾ ਹੈ. ਸੇਮ ਲਾਈਕ that जॉर्ज एलियट ਦਾ ਮਾਸਟਰਪੀਸ ਸੀਗਾ ਮਿਡਲ ਮਾਰਚ, ਜਿਹਦਾ ਸਬ ਟਾਈਟਲ ਸੀਗਾ ਅ ਸਟੱਡੀ ਆਫ ਪ੍ਰੋਵਿੰਸ਼ੀਅਲ ਲਾਈਫ. ਮੋਸਟ ਇੰਪੋਰਟੈਂਟ ਫਰਸਟ ਨਾਵਲ ਜਿਹੜਾ ਜॉर्ज एलियट ਦਾ ਸੀਗਾ ਉਹ ਸੀ ਐਡਮ ਬੀਟ. ਆਟੋਬਾਇਓਗ੍ਰਾਫਿਕਲ ਨਾਵਲ ਸੀ ਮਿਲ ਔਨ ਦ ਫਲॉस. ਹਿਸਟੋਰੀਕਲ ਨਾਵਲ ਸੀਗਾ ਇਹਨਾਂ ਦਾ ਰੋਮੋਲਾ. ਸੋਸ਼ਲ ਨਾਵਲ ਸੀ ਫੈਲਿਕਸ ਹੌਲਟ, ਜਿਹਦਾ ਕਿ ਸਬ ਟਾਈਟਲ ਹੈ ਦ ਰੈਡੀਕਲ. ਜਿਹੜੇ ਵਰਕਸ ਦੇ ਸਬ ਟਾਈਟਲ ਹੁੰਦੇ ਆ ਤੁਹਾਨੂੰ ਪਤਾ ਹੋਣੇ ਚਾਹੀਦੇ ਹੈ. ਠੀਕ ਹੈ, ਇਹਨਾਂ ਨੇ ਇੱਕ ਨੋਵੇਲਾ ਵੀ ਲਿਖਿਆ ਸੀਗਾ ਜਿਹਦਾ ਨਾਮ ਸੀਗਾ ਦ ਲਿਫਟਡ ਵੇਲ, which got published in 1859 and after that that work got republished in 1879. I repeat, ਇਹਨਾਂ ਦਾ ਮਾਸਟਰਪੀਸ ਕਿਹੜਾ ਹੈ? ਮਿਡਲ ਮਾਰਚ, ਜਿਹਦਾ ਸਬ ਟਾਈਟਲ ਹੈ ਸਟੱਡੀ ਆਫ ਪ੍ਰੋਵਿੰਸ਼ੀਅਲ ਲਾਈਫ. ਫਰਸਟ ਨਾਵਲ ਸੀ ਇਹਨਾਂ ਨੇ ਲਿਖਿਆ ਸੀ ਐਡਮ ਬੀਟ ਸੀ. ਆਟੋਬਾਇਓਗ੍ਰਾਫਿਕਲ ਸੀ ਦ ਮਿਲ ਔਨ ਦ ਫਲॉस. ਹਿਸਟੋਰੀਕਲ ਨਾਵਲ ਸੀ ਇਹਨਾਂ ਦਾ ਰੋਮੋਲਾ. ਸੋਸ਼ਲ ਨਾਵਲ ਇਹਨਾਂ ਦਾ ਫੈਲਿਕਸ ਹੌਲਟ, ਜਿਹਦਾ ਸਬ ਟਾਈਟਲ ਹੈ ਦ ਰੈਡੀਕਲ. ਨੋਵੇਲਾ ਇਹਨਾਂ ਦੁਆਰਾ ਲਿਖਿਆ ਗਿਆ ਸੀ ਦ ਲਿਫਟਡ ਵੇਲ, which was published in 1859 and republished in 1879. So these are some of the major novels written by her. First one is Adam Beat, which got published in 1859. Second one is The Mill on the Floss, 1860. Silas Marner, 1861. Romola, ਜਿਵੇਂ ਕਿ ਆਪਾਂ ਡਿਸਕਸ ਕੀਤਾ ਹੈ, ਇਹਨਾਂ ਦਾ ਹਿਸਟੋਰੀਕਲ ਨੋਵਲ ਸੀ 1863. Felix Holt, The Radical, 1866. Middlemarch, 1871 to 1872. ਇਹਦਾ ਸਬ ਟਾਈਟਲ ਕੀ ਸੀ ਮਿਡਲਮਾਰਚ ਦਾ? A Study of the Provincial Life.
ਡੈਨੀਅਲ ਡਿਰੋਂਡਾ 1876 ਤੇ ਇੱਕ ਇਹਨਾਂ ਦੀ ਸ਼ਾਰਟ ਸਟੋਰੀ ਕਲੈਕਸ਼ਨ ਸੀ ਜਿਹਦਾ ਨਾਮ ਸੀਗਾ ਬ੍ਰਦਰ ਜ਼ੈਕੋਬ। ਠੀਕ ਹੈ, ਇਹ ਮੈਂ ਇਹਨਾਂ ਦੇ ਕੁਝ ਕੁ ਮੇਜਰ ਨੋਵਲਸ ਲਿਖੇ, ਵੈਸੇ ਤਾਂ ਇਹਨਾਂ ਦੇ ਨੋਵਲਸ ਹੋਰ ਵੀ ਬਹੁਤ ਜ਼ਿਆਦਾ ਹੈ, ਬਟ ਥੀਸ ਆਰ ਸਮ ਆਫ ਦ ਮੇਜਰ ਨੋਵਲਸ ਰਿਟਨ ਬਾय ਦ ਜਾਰਜ ਐਲੀਅਟ। ਸੋ ਇਹ ਇਹਨਾਂ ਦਾ ਫਰਸਟ ਨੋਵਲ ਹੈ ਜਿਹੜਾ ਹੈ ਐਡਮ ਬੀਡ। ਸੋ ਐਡਮ ਬੀਡ ਸੀ ਜਿਹੜਾ ਇਹ ਫਰਸਟ ਨੋਵਲ ਸੀ ਜਿਹੜਾ ਕਿ ਜਾਰਜ ਐਲੀਅਟ ਨੇ ਲਿਖਿਆ ਸੀ, ਐਂਡ ਇਹ ਪਬਲਿਸ਼ਡ ਹੋਇਆ ਹੈ 1859। ਕਿੰਨੀਆਂ ਵੋਲਿਊਮਸ ਹੋਇਆ ਸੀ? 3 ਵੋਲਿਊਮਸ ਦੇ ਵਿੱਚ ਇਹ ਨੋਵਲ ਪਬਲਿਸ਼ ਹੋਇਆ ਸੀਗਾ। ਜਾਰਜ ਐਲੀਅਟ ਨੇ ਖੁਦ ਇਸ ਨੋਵਲ ਬਾਰੇ ਕੀ ਵਰਡਿੰਗ ਯੂਜ਼ ਕੀਤੀ ਸੀ? A country story full of the breath of the cows and the scent of the hay। ਤੁਸੀਂ ਆ ਵਰਡਿੰਗ ਵੇਖੋ, breath of cows and the scent of hay। ਇਥੋਂ ਪਤਾ ਲੱਗਦਾ ਨਾ ਕਿ ਇਹਨਾਂ ਨੇ ਆਪਦੇ ਵਰਕਸ ਦੇ ਵਿੱਚ ਕੀ ਡਿਪਿਕਟ ਕੀਤਾ ਹੈ? ਰੂਰਲ ਲਾਈਫ ਨੂੰ ਡਿਪਿਕਟ ਕੀਤਾ ਹੈ, ਰੂਰਲ ਏਰੀਆਜ਼ ਨੂੰ ਡਿਪਿਕਟ ਕੀਤਾ ਹੋਇਆ ਹੈ। ਠੀਕ ਹੈ, ਸੋ ਇਸ ਨੋਵਲ ਦੇ ਮੇਨ ਪ੍ਰੋਟੈਗੋਨਿਸਟ ਕੌਣ ਹੈ? ਮੇਨ ਪ੍ਰੋਟੈਗੋਨਿਸਟ ਦਾ ਨਾਮ ਹੈ ਐਡਮ। ਠੀਕ ਹੈ, ਐਡਮ ਹੈ ਜਿਹੜਾ ਇੱਕ ਬਹੁਤ ਹੀ ਸਟਰੋਂਗ, ਇੱਕ ਇੰਟੈਲੀਜੈਂਟ ਐਂਡ ਵੈਲ ਐਜੂਕੇਟਿਡ ਪੀਜ਼ੈਂਟ ਹੈ। ਹੀ ਇਜ਼ ਅ ਇੰਡਸਟਰੀਅਸ ਐਂਡ ਐਜ਼ ਵੈਲ ਐਜ਼ ਅ ਲਾਇਲ ਮੈਨ। ਹੋਰ ਮੇਨ ਕੈਰੈਕਟਰਸ ਕਿਹੜੇ ਕਿਹੜੇ ਇਹਦੇ ਵਿੱਚ? ਫਰਸਟ ਇਜ਼ ਐਡਮ ਹੂ ਇਜ਼ ਦ ਮੇਨ ਪ੍ਰੋਟੈਗੋਨਿਸਟ। ਸੈਕੰਡ ਵਨ ਇਜ਼ ਹੈਟੀ ਸੋਰਲ। ਠੀਕ ਹੈ, ਇੱਕ ਲੜਕੀ ਦਾ ਨਾਮ ਹੈ ਕੈਪਟਨ ਆਰਥਰ ਐਂਡ ਦ ਇੰਪੋਰਟੈਂਟ ਕੈਰੈਕਟਰ ਦਿਨਾ ਮੋਰਿਸ। ਇਹ ਇਹਨਾਂ ਦੇ ਕੁਝ ਕੁ ਮੇਜਰ ਕੈਰੈਕਟਰਸ ਹੈ, ਐਡਮ, ਹੈਟੀ ਸੋਰਲ, ਕੈਪਟਨ ਆਰਥਰ ਐਂਡ ਦ ਫੋਰਥ ਵਨ ਇਜ਼ ਦਿਨਾ ਮੋਰਿਸ। तो ਇਹਦੇ ਤੋਂ ਤੁਹਾਨੂੰ ਈਜ਼ੀਲੀ ਸਮਝ ਲੱਗ ਜੂਗੀ ਸਟੋਰੀ कि जो एडम बीड है, एडम बीड कौन है? एडम बीड एट स्टोरी दे मेन प्रोटैगनिस्ट है जेड़े कि एक लोकल कारपेंटर है, इंडस्ट्रियस मैन है, लॉयल मैन है। एडम जेड़े एडम बीड है ही इज अट्रैक्टेड टुवर्ड्स हैटी। ठीक है, एडम बीड किदे वाल अट्रैक्टेड है? हैटी नाम दी कैरेक्टर एक लेडी है ओदे वाल अट्रैक्टेड है। बट जेड़ी हैटी है वो किदे वाल अट्रैक्टेड है? शी इज अट्रैक्टेड टुवर्ड आर्थर। आर्थर कौन है? आर्थर एक बहुत ही वेल्दी, बहुत ही हैंडसम पर्सन है। ठीक है, इथों तक स्टोरी क्लियर है। एडम बीड किदे वाल अट्रैक्टेड है? एडम बीड अट्रैक्टेड है हैटी वाल, बट जेडी हैटी है शी इज अट्रैक्टेड टुवर्ड आर्थर। आर्थर एक बहुत ही वेल्दी हैंडसम मैन है। फिर अगे की हुंदा है कि जेडे एडम है, एडम ते आर्थर दे विचकार की है आपस दे विच फाइट हुंदी है। जदों आपस दे विच इन्हां दे विच ड्यूल हुंदी है, फाइनली आर्थर की करदे आ? आर्थर डिसाइड करदे कि मैं सब कुछ छड्ड के आपदा वापस आपदी जिथे वर्क करदे आ मिलिटरी दे विच कि मैं आपदे मिलिटिया दे विच की है वापस रिटर्न हो जाऊंगा। ठीक है, जदों आर्थर उथों वापस चले जाते हैं कि जिहड़ी हैटी है उहदे कोले होर कोई चांस नहीं रहिंदा, देन शी मूव्स बैक टू द एडम। ठीक है, एडम कोल वापस जाती है ते उत्थे की है एडम नूं प्रपोज करदी आ ते दोनों की है एग्री हो जाते हैं मैरिज करन लई। बट बिफोर दैट मैरिज, इन्हां दी मैरिज होण तो पहला उत्थे की चीज़ डिपिक्ट कीती जाती है कि जिहड़ी हैटी है शी इज प्रेगनेंट। कित्थों प्रेगनेंट है? शी इज प्रेगनेंट फ्रॉम आर्थर। आर्थर तो प्रेगनेंट हुंदी है, हले मैरिज तो पहले ही गल डिस्कलोज हो जाती है ये। उस तो बाद की है इन्हां दोनां दी आपस दे विच की है एडम ते हैटी दी मैरिज नहीं हुंदी। हैटी की है जदों इन्हां दी मैरिज रिजेक्ट हो जाती है, हैटी है जिहड़ी ओह आर्थर नूं लभण वास्ते वापस जाती है, बट उत्थे किते भी आर्थर नूं इह नहीं मिल पाउंदी। हैटी हुण सोसाइटी दे विच भी वापस नहीं आ सकती, क्यों? क्योंकि शी इज प्रेगनेंट। ठीक है, उन्होंने ये लगता है कि मैं आपदे आप नूं बहुत डीमोरलाइज फील करती है। वो हैटी एक बच्चे नूं बर्थ दिंदी है। ठीक है, जदों बच्चे दा बर्थ हुंदा है तां कोई एक फ्रेंड हुंदी है, एक लड़की हुंदी है जिहदी हेल्प दे नाल बेबी नूं डिलीवर करती है। उस तो बाद की है ये बच्चे नूं की है एक जंगल दे विच छड्ड दिंदी है, एक फील्ड दे विच इहनूं बच्चे नूं छड्ड जांदी है एक दरख्त दे पिछे। बट जो वापस आ जाती है फिर इन्हू रियलाइज होंदा है कि मैनू बच्चे नू नहीं छड्डना चाहिए सी। ये दोबारा जो बच्चे नू लभण वास्ते जाती है, लैन वास्ते जाती है, बट बच्चे की की उत्थे डैथ हो चुकी हुंदी है। जो बच्चे की डैथ हो जाती है तो उहदे लई कौन जिम्मेवार होया? हैटी जिम्मेवार हुई, उहदी मदर ही जिम्मेवार हुई। क्यों? क्योंकि वह बच्चे नू उत्थे कल्ले नू छड्ड के गई सी। फाइनली की रिवील किया जाता है कि जिहड़ी हैटी है उन्होंने अरेस्ट कर लिया जाता है पुलिस के द्वारा। ठीक है, तो उन्होंने फाउंड एंड शी इज फाउंड गिल्टी। गॉट इट? जिहड़े एडम सी, एडम बीड, फाइनली एंड दे विच की हुंदा है? एडम बीड दी मैरिज किहदे नाल हुंदी है? एडम बीड दी मैरिज हुंदी है डिना दे नाल। डिना कौन है? डिना इज द सिस्टर ऑफ हैटी। ठीक है, मेन कैरेक्टर सी एडम बीड, हैटी, आर्थर ते डिना मॉरिस। सो दिस वाज द स्टोरी अबाउट एडम बीड। नेक्स्ट इज द मिल ऑन द फ्लॉस। So this was the Mill on the Floss, first published in 3 volumes in 1860। ਇਹਦੇ ਵਿੱਚ ਕੀ ਹੈ ਜਿਹੜਾ ਫਲॉस वर्ड है, फ्लॉस की है? फ्लॉस इज द नेम ऑफ द रिवर। ठीक है, फ्लॉस एक रिवर का नाम है।
ਇਹਦੇ ਵਿੱਚ ਇੱਕ ਰਿਵਰ ਰਿਪਲ ਦਾ ਵੀ ਰੈਫਰੈਂਸ ਮਿਲਦਾ ਹੈ, ਰਿਵਰ ਫਲੌਸ ਦਾ ਰੈਫਰੈਂਸ ਮਿਲਦਾ ਹੈ, ਇੱਕ ਇਹਦੇ ਵਿੱਚ ਵਿਲੇਜ ਹੈ ਜਿਹਦਾ ਨਾਮ ਹੈ ਸੇਂਟ ਔਗਸ। ਠੀਕ ਹੈ, ਇਹ ਸਾਰੇ ਕੀ ਹੈ, ਇਹ ਫਿਕਸ਼ਨਲ ਨੇਮਸ ਹੈ, ਰਿਐਲਿਟੀ ਦੇ ਵਿੱਚ ਇਹ ਕੋਈ ਨੇਮ ਨਹੀਂ ਹੈ, ਨਾ ਤਾਂ ਇਹਦੇ ਵਿੱਚ ਫਲੌਸ ਰੀਅਲ ਹੈ, ਨਾ ਹੀ ਇਹਦੇ ਵਿੱਚ ਰਿਵਰ ਰਿਪਲ ਰੀਅਲ ਹੈ। ਜਿਹੜੇ ਇਹਦੇ ਵਿੱਚ ਵਿਲੇਜ ਹੈ ਸੇਂਟ ਔਗਸ, ਉਹ ਵੀ ਕੀ ਹੈ, ਉਹ ਇੱਕ ਫਿਕਸ਼ਨਲ ਟਾਊਨ ਹੈ। ਠੀਕ ਹੈ, ਇਹ ਫਿਕਸ਼ਨਲ ਰਿਵਰਸ ਹੈ ਤੇ ਫਿਕਸ਼ਨਲ ਟਾਊਨ ਹੈ। ਮਿਲ ਔਨ ਦ ਫਲੌਸ ਦੇ ਵਿੱਚ ਜਿਹੜੇ ਇੰਪੋਰਟੈਂਟ ਕੈਰੈਕਟਰਸ ਹੈ ਉਹ ਬ੍ਰਦਰ ਐਂਡ ਸਿਸਟਰ ਹੈ। ਬ੍ਰਦਰ ਦਾ ਨਾਮ ਹੈ ਟੌਮ ਟੂਲੀਵਰ ਐਂਡ ਉਹਦੀ ਸਿਸਟਰ ਦਾ ਨਾਮ ਕੀ ਹੈ, ਮੈਗੀ ਟੂਲੀਵਰ। ਠੀਕ ਹੈ, ਸਟੋਰੀ ਹੈ, ਮੇਨ ਕੈਰੈਕਟਰਸ ਹੈ ਟੌਮ ਐਂਡ ਮੈਗੀ। ਐਸ ਜਿਹੜਾ ਨੋਵਲ ਹੈ ਮਿਲ ਔਨ ਦ ਫਲੌਸ, ਇਹਦੀ ਮੇਨ ਥੀਮ ਕਿਸ ਚੀਜ਼ ਨੂੰ ਪੋਰਟਰੇ ਕਰਦੀ ਹੈ, ਕਿਸ ਚੀਜ਼ ਨੂੰ ਐਕਸਪਲੋਰ ਕਰਦੀ ਹੈ, ਇਹਦੇ ਵਿੱਚ ਦਿਖਾਇਆ ਗਿਆ ਆਪਾਂ ਨੂੰ ਫੈਮਿਲੀਅਲ ਰਿਲੇਸ਼ਨਸ਼ਿਪਸ। ਫੈਮਿਲੀਅਲ ਰਿਲੇਸ਼ਨਸ਼ਿਪ ਕਿਹਦੇ ਵਿਚਕਾਰ ਹੋਣਗੇ, ਟੌਮ ਦੇ ਵਿਚਕਾਰ ਤੇ ਮੈਗੀ ਦੇ ਵਿਚਕਾਰ। particularly the complex bond between the siblings and the relationship between the Maggie and her brother Tom is at the heart of the novel। ठीक है, main protagonist है दोनों Tom and Maggie Tulliver। Tom and Maggie Tulliver brother and sister है। इन्हां दा जिहड़ा childhood है, ठीक है, कित्थे वड्डे होए दोनों, डॉर्लकोट मिल जिहड़ी कि रिवर फ्लॉस के ऊपर सिचुएटेड है। ਜਿਹੜੀ ਮੈਗੀ ਹੈ ਇਹਦੇ ਵਿੱਚ ਮੈਗੀ ਦੇ ਦੋ ਲਵਰਸ ਹੈ, ਇੱਕ ਦਾ ਨਾਮ ਹੈ ਫਿਲਿਪ ਵੇਕਿਨ ਐਂਡ ਦ ਸੈਕੰਡ ਵਨ ਇਜ਼ ਦ ਸਟੀਫਨ ਗੈਸ। ਇਹਦੇ ਵਿੱਚ ਕੀ ਹੈ, ਆਪਾਂ ਨੂੰ ਬ੍ਰਦਰ ਐਂਡ ਸਿਸਟਰ ਦਾ ਰਿਲੇਸ਼ਨਸ਼ਿਪ ਵਿਖਾਇਆ ਗਿਆ ਐਂਡ ਐਜ਼ ਵੈਲ ਐਜ਼ ਦ ਰੋਮਾਂਟਿਕ ਰਿਲੇਸ਼ਨਸ਼ਿਪ ਵੀ ਦਿਖਾਇਆ ਗਿਆ। ਦੋ ਥੀਮਸ ਹੈ ਇਹਦੇ ਵਿੱਚ, ਇੱਕ ਤਾਂ ਰਿਲੇਸ਼ਨਸ਼ਿਪ ਹੈ ਸਿਬਲਿੰਗਸ ਦਾ, ਠੀਕ ਹੈ, ਟੌਮ ਐਂਡ ਮੈਗੀ ਦਾ, ਐਂਡ ਸੈਕੰਡ ਵਨ ਦਿਖਾਇਆ ਗਿਆ ਰੋਮਾਂਟਿਕ ਰਿਲੇਸ਼ਨਸ਼ਿਪ। ਰੋਮਾਂਟਿਕ ਰਿਲੇਸ਼ਨਸ਼ਿਪ ਕਿਹਦਾ ਵਿਖਾਇਆ ਗਿਆ, ਮੈਗੀ ਦਾ, ਜਿਹੜੇ ਉਹਦੇ ਦੋ ਲਵਰਸ ਸੀਗੇ ਫਿਲਿਪ ਵੇਕਿਨ ਐਂਡ ਸਟੀਫਨ ਗੈਸਟ। ਸਟੋਰੀ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਮੈਗੀ ਤੇ ਜਿਹੜੇ ਟੌਮ ਹੈ, ਇਹਨਾਂ ਦੀ ਬੋਟ ਹੈ, ਜਿਹੜੀ ਬੋਟ ਕੈਪਸਾਈਜ਼ਸ ਦਾ ਮਤਲਬ ਹੁੰਦਾ ਹੈ ਡਰਾਉਨ। ਠੀਕ ਹੈ, ਇਹਨਾਂ ਦੀ ਜਿਹੜੀ ਬੋਟ ਹੈ ਉਹ ਡਰਾਉਨ ਹੋ ਜਾਂਦੀ ਹੈ, ਇੱਕ ਦੂਜੇ ਨੂੰ ਹੱਗ ਕਰਦੇ ਆ ਬ੍ਰਦਰ ਐਂਡ ਸਿਸਟਰ ਐਂਡ ਦੇ ਫਾਈਨਲੀ ਦੇ ਆਰ ਡਰਾਊਨ। ਇਹਦੀ ਮੇਨ ਥੀਮ ਕੀ ਨਿਕਲਦੀ ਹੈ, ਇਹਦੇ ਚ ਇੱਕ ਬਿਬਲੀਕਲ ਰੈਫਰੈਂਸ ਦੇਖਣ ਨੂੰ ਮਿਲਦਾ ਹੈ ਕਿ ਇਨ देयर डेथ दे वर नॉट डिवाइडेड, ਕਿ ਇਨ देयर डेथ दे वर नॉट डिवाइडेड ਮੀਨਸ ਕੀ ਹੈ ਕਿ ਜਦੋਂ ਉਹਨਾਂ ਦਾ ਬਚਪਨ ਸੀ, ਉਹਨਾਂ ਦਾ ਚਾਈਲਡਹੁੱਡ ਸੀ, ਉਦੋਂ ਵੀ ਕੀ ਇੱਕ ਦੂਜੇ ਤੋਂ ਅਲੱਗ ਨਹੀਂ ਹੋਏ। ਉਦੋਂ ਪੋਰਟਰੇ ਕੀਤਾ ਗਿਆ ਕਿ ਉਹ ਕਿਵੇਂ ਆਪਦੇ ਬਚਪਨ ਦੇ ਵਿੱਚ ਲੜਦੇ ਸੀਗੇ, ਕਿਵੇਂ ਉਹਨਾਂ ਨੇ ਆਪਦੇ ਰਿਲੇਸ਼ਨਸ਼ਿਪ ਨੂੰ ਮੈਨੇਜ ਕਰਕੇ ਰੱਖਿਆ ਐਜ਼ ਅ ਬ੍ਰਦਰ ਐਂਡ ਸਿਸਟਰ, ਕਿਵੇਂ ਉਹਨਾਂ ਦਾ ਜਿਹੜਾ ਰਿਲੇਸ਼ਨਸ਼ਿਪ ਸੀ ਬਹੁਤ ਕੰਪਲੈਕਸ ਰਿਲੇਸ਼ਨਸ਼ਿਪ ਸੀ। ਬਟ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਫਾਈਨਲੀ, ਜਦੋਂ ਉਹਨਾਂ ਦੀ ਜਿਹੜੀ ਸ਼ਿਪ ਹੈ, ਜਿਹੜੀ ਉਹਨਾਂ ਦੀ ਬੋਟ ਹੈ ਉਹ ਸੈਂਕ ਹੋ ਰਹੀ ਹੁੰਦੀ ਹੈ, ਉਦੋਂ ਵੀ ਕੀ ਹੈ, ਦੇ ਆਰ ਨॉट ਡਿਵਾਈਡਡ। ਠੀਕ ਹੈ, ਇੱਕ ਦੂਜੇ ਨੂੰ ਹੱਕ ਕਰ ਲੈਂਦੇ ਤੇ ਇਕੱਠੇ ਹੀ ਦੋਨੋਂ ਡੁੱਬਦੇ ਆ। ਸੋ ਦਿਸ ਵਾਸ ਅ ਸਟੋਰੀ ਅਬਾਊਟ ਟੌਮ ਐਂਡ ਮੈਗੀ। ਨੈਕਸਟ ਵਰਕ ਇਜ਼ ਸਿਲੈਸ ਮਾਰਨਰ। ਸੋ ਸਿਲੈਸ ਮਾਰਨਰ ਦਾ ਸਬਟਾਈਟਲ ਹੈ ਦ ਵੀਵਰ ਆਫ ਦ ਰੈਵਲੋ। ਮੋਸਟ ਇੰਪੋਰਟੈਂਟ ਹੈ ਕਿ ਸਿਲੈਸ ਮਾਰਨਰ ਦਾ ਸਬਟਾਈਟਲ ਕੀ ਹੈ, ਦ ਵੀਵਰ ਆਫ ਰੈਵਲੋ। ਸਬਟਾਈਟਲ ਇਹਦਾ ਕਿਉਂ ਰੱਖਿਆ ਗਿਆ ਹੈ, ਕਿਉਂਕਿ ਜਿਹੜਾ ਸਿਲੈਸ ਸੀ ਉਹ ਕਾਹਦਾ ਕੰਮ ਕਰਦਾ ਸੀ, ਵੀਵਿੰਗ ਦਾ ਕੰਮ ਕਰਦਾ ਸੀ। रेवलो की है, रेवलो इज द नेम ऑफ द प्लेस। ठीक है, रेवलो एक जगह का नाम है ते जिहड़ा सिलास सी वो कौन सी वीवर सी। सो दिस वर्क वाज पब्लिश्ड इन 1861 एंड इट इज द पेस्टोरल नॉवल रिटन बाय जॉर्ज एलियट। एक पेस्टोरल नॉवल सी। सिलैस मार्नर कौन है, ये तुहानू अग्गों मैं स्टोरी थोड़ी जी इत्थों समझ आ जाऊगी कि ਜਿਹੜਾ ਸਿਲੈਸ ਮਾਰਨਰ ਹੈ, ਸਿਲੈਸ ਮਾਰਨਰ ਕੌਣ ਹੈ, ਸਿਲੈਸ ਮਾਰਨਰ ਇੱਕ ਵੀਵਰ ਹੈ। ਠੀਕ ਹੈ, ਵੀਵਿੰਗ ਦਾ ਕੰਮ ਕਰਦਾ ਹੈ। ਸਿਲੈਸ ਮਾਰਨਰ ਕੀ ਹੈ, ਇਹਦੇ ਉੱਪਰ ਕੀ ਇਲਜ਼ਾਮ ਲਗਾਇਆ ਜਾਂਦਾ ਹੈ। ਇਲਜ਼ਾਮ ਕਿਸ ਚੀਜ਼ ਦਾ ਲਗਵਾਇਆ ਜਾਂਦਾ ਹੈ ਕਿ ਇਹਨੇ ਜਿਹੜੇ ਕੌਂਗਰੀਗੇਸ਼ਨ ਫੰਡਸ ਸੀਗੇ ਨਾ, ਉਹਨਾਂ ਨੂੰ ਕੀ ਹੈ, ਸਟੀਲ ਕੀਤਾ ਹੈ, ਉਹਨਾਂ ਦੀ ਇਹਨੇ ਚੋਰੀ ਕੀਤੀ ਹੈ। ਸਿਲੈਸ ਦੇ ਉੱਪਰ ਇਲਜ਼ਾਮ ਲਾਇਆ ਜਾਂਦਾ ਹੈ। ਜਦੋਂ ਇਹਦੇ ਤੇ ਇਲਜ਼ਾਮ ਲਾਇਆ ਜਾਂਦਾ ਹੈ ਤੇ ਹੁਣ ਇਹਦੇ ਖਿਲਾਫ ਐਵੀਡੈਂਸ ਮਿਲਦੇ ਹੈ, ਜਿੱਥੋਂ ਕਿ ਕਲੀਅਰ ਹੁੰਦਾ ਹੈ ਕਿ ਇਹ ਕੀ ਹੈ, ਚੋਰੀ ਸਿਲੈਸ ਨੇ ਹੀ ਕੀਤੀ ਹੈ। ਐਵੀਡੈਂਸ ਕਿਹੜੇ ਹੁੰਦੇ ਕਿ ਜਿੱਥੋਂ ਚੋਰੀ ਹੁੰਦੀ ਹੈ ਉੱਥੋਂ ਇੱਕ ਤਾਂ ਪਾਕਟ ਨਾਈਫ ਮਿਲਦਾ ਹੈ, ਜਿਹੜਾ ਕਿ ਸਿਲੈਸ ਮਾਰਨਰ ਹਮੇਸ਼ਾ ਆਪਦੀ ਪਾਕਟ ਦੇ ਵਿੱਚ ਰੱਖਦਾ ਸੀ। ਐਂਡ ਦ ਸੈਕੰਡ ਵਨ ਵਾਸ ਦ ਡਿਸਕਵਰੀ ਆਫ ਦ ਬੈਗ। ਇੱਕ ਬੈਗ ਮਿਲਦਾ ਸਿਲੈਸ ਦੇ ਘਰੋਂ, ਜਿਹਦੇ ਵਿੱਚ ਕੀ ਹੁੰਦਾ, ਪੈਸਾ ਹੁੰਦਾ। ਇਹਨਾਂ ਦੋ ਚੀਜ਼ਾਂ ਤੋਂ ਇਹਦੇ ਖਿਲਾਫ ਕੀ ਹੈ, ਪ੍ਰੂਫ ਮਿਲ ਜਾਂਦਾ ਹੈ ਸਿਲੈਸ ਦੇ ਖਿਲਾਫ ਕਿ ਹਾਂ ਚੋਰੀ ਕੀ ਹੈ, ਐਸੇ ਨਹੀਂ ਕੀਤੀ ਹੈ। ਬਟ ਇੱਕ ਇਹਦੇ ਵਿੱਚ ਸਿਲੈਸ ਦਾ ਬੈਸਟ ਫਰੈਂਡ ਹੁੰਦਾ ਹੈ, ਜਿਹਦਾ ਨਾਮ ਹੁੰਦਾ ਹੈ ਵਿਲੀਅਮ ਡੇਨ। ਸਿਲੈਸ ਨੂੰ ਡਾਊਟ ਹੁੰਦਾ ਹੈ ਕਿ ਜਿਹੜੀ ਚੋਰੀ ਹੈ ਇਹ ਵਿਲੀਅਮ ਡੇਨ ਨੇ ਕੀਤੀ ਹੈ। ਇਹਨੂੰ ਡਾਊਟ ਕਿਉਂ ਹੁੰਦਾ ਹੈ, ਕਿਉਂਕਿ ਜਿਹੜਾ ਉਸ ਜਗ੍ਹਾ ਦੇ ਉੱਪਰੋਂ ਪਾਕਟ ਨਾਈਫ ਮਿਲਿਆ ਹੁੰਦਾ ਹੈ ਉਹ ਸਿਲੈਸ ਮਾਰਨਰ ਨੇ ਵਿਲੀਅਮ ਡੇਨ ਨੂੰ ਕੁਝ ਦਿਨ ਪਹਿਲਾਂ ਹੀ ਦਿੱਤਾ ਹੁੰਦਾ ਹੈ, ਜਿੱਥੋਂ ਸਿਲੈਸ ਨੂੰ ਇਹ ਡਾਊਟ ਹੁੰਦਾ ਹੈ ਕਿ ਇਹ ਚੋਰੀ ਕਿ ਵਿਲੀਅਮ ਡੇਨ ਨੇ ਕੀਤੀ ਹੈ, ਕਿਉਂਕਿ ਜਿਹੜਾ ਮੇਰਾ ਪਾਕਟ ਨਾਈਫ ਸੀ ਮੈਂ ਆਪਦੇ ਬੈਸਟ ਫਰੈਂਡ ਵਿਲੀਅਮ ਡੇਨ ਨੂੰ ਦੇਤਾ ਸੀ। ਠੀਕ ਹੈ, ਇਹਨੂੰ ਉਸ ਤੋਂ ਬਾਅਦ ਅਰੈਸਟ ਵਗੈਰਾ ਕਰ ਲਿਆ ਜਾਂਦਾ, ਉਹ ਸਾਰਾ ਪ੍ਰੋਸੈਸ ਚੱਲਦਾ ਹੈ।
ਸਿਲੈਸ ਮਾਰਨਰ ਉਹ ਜਗ੍ਹਾ ਛੱਡ ਕੇ ਰੈਵਲੋ ਨਾਮ ਦੀ ਜਗ੍ਹਾ ਦੇ ਉੱਪਰ ਚਲਾ ਜਾਂਦਾ। ਦੱਸਿਆ ਸੀ ਨਾ ਮੈਂ ਤੁਹਾਨੂੰ ਕਿ ਰੈਵਲੋ ਨਾਮ ਦੀ ਜਗ੍ਹਾ ਦੇ ਉੱਪਰ ਇਹ ਚਲਾ ਜਾਂਦਾ ਹੈ। ਉੱਥੇ ਕੁਝ ਸਾਲ ਇਹ ਕੰਮ ਕਰਦਾ ਹੈ, ਠੀਕ ਹੈ, ਉੱਥੇ ਵੀਵਿੰਗ ਦਾ ਕੰਮ ਕਰਦਾ ਹੈ। ਅਰਾਊਂਡ 14 to 15 ਈਅਰਸ ਉੱਥੇ ਕੰਮ ਕਰਦਾ ਹੈ। ਜਿਹੜਾ ਇਹਨੂੰ ਉੱਥੋਂ ਪੈਸਾ ਇਕੱਠਾ ਹੁੰਦਾ ਹੈ, ਹਾਰਡਵਰਕ ਕਰਕੇ ਨੇ ਆਪਦਾ ਪੈਸਾ ਇਕੱਠਾ ਕੀਤਾ ਹੁੰਦਾ, ਉਹਦਾ ਇਹ ਕੀ ਹੈ, 골ਡ ਬਾਏ ਕਰ ਲੈਂਦਾ ਹੈ। ਬਟ ਅਨਫੋਰਚੂਨੇਟਲੀ ਜਿਹੜਾ ਇਹਨੇ 골ਡ ਇਕੱਠਾ ਕੀਤਾ ਹੁੰਦਾ ਹੈ, ਉੱਥੇ ਇੱਕ ਬੰਦਾ ਹੁੰਦਾ ਡਨਸਟਨ ਕਾਸ, ਠੀਕ ਹੈ, ਡਨਸਟਨ ਕਾਸ ਨਾਮ ਦਾ ਬੰਦਾ ਸਿਲੈਸ ਮਾਰਨਰ ਦਾ ਸਾਰਾ 골ਡ ਲੈ ਕੇ ਉੱਥੋਂ ਡਿਸਅਪੀਅਰ ਹੋ ਜਾਂਦਾ ਹੈ। ਸਿਲੈਸ ਮਾਰਨਰ ਡਨਸਟਨ ਕੈਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕਰਦਾ, ਪਰ ਡਨਸਟਨ ਕੈਸ ਕੀ ਉਹਨੂੰ ਕਿਤੋਂ ਵੀ ਨਹੀਂ ਲੱਭਦਾ। ਜਦੋਂ ਸਿਲੈਸ ਮਾਰਨਰ ਇਹਦੇ ਵਿੱਚੋਂ ਸਾਰੇ ਦੇ ਵਿੱਚੋਂ ਗੋ ਥਰੂ ਹੋ ਰਿਹਾ ਹੁੰਦਾ ਹੈ ਇਸ ਪ੍ਰੋਸੈਸ ਦੇ ਥਰੂ, ਉੱਥੇ ਇਹਨੂੰ ਇੱਕ ਲੜਕੀ ਮਿਲਦੀ ਹੈ, ਉਹਦਾ ਨਾਮ ਹੁੰਦਾ ਐਪੀ। ਐਪੀ ਛੋਟੀ ਜਿਹੀ ਲੜਕੀ ਹੁੰਦੀ ਹੈ ਜਿਹੜੀ ਕਿ ਸਿਲੈਸ ਮਾਰਨਰ ਨੂੰ ਮਿਲਦੀ ਹੈ। ਸਿਲੈਸ ਮਾਰਨਰ ਐਪੀ ਨਾਮ ਦੀ ਲੜਕੀ ਨੂੰ ਕੀ ਹੈ, ਅਡਾਪਟ ਕਰ ਲੈਂਦਾ ਹੈ। ਹੁਣ ਸਿਲੈਸ ਮਾਰਨਰ ਦੀ ਲਾਈਫ ਕਿੱਦਾਂ ਦੀ ਚੱਲ ਰਹੀ ਹੈ, ਬਹੁਤ ਆਈਸੋਲੇਟਿਡ ਲਾਈਫ ਚੱਲ ਰਹੀ ਹੈ, ਬਹੁਤ ਡਿਸਟਰਬ ਲਾਈਫ ਚੱਲ ਰਹੀ ਹੈ। ਜਦੋਂ ਐਪੀ ਸਿਲੈਸ ਮਾਰਨਰ ਦੀ ਲਾਈਫ ਦੇ ਵਿੱਚ ਆ ਜਾਂਦੀ ਹੈ ਤੇ ਸਿਲੈਸ ਮਾਰਨਰ ਦੀ ਲਾਈਫ ਕੀ ਹੈ, ਇੱਕੋ ਦਮ ਕੀ ਹੈ, ਚੇਂਜ ਹੋਣੀ ਸਟਾਰਟ ਹੋ ਜਾਂਦੀ ਹੈ। ਐਪੀ ਕੌਣ ਹੈ? ਹੁਣ ਐਪੀ ਇੱਕ ਲੜਕੀ ਹੈ। ਕਿਹਦੀ ਲੜਕੀ ਹੈ? ਗॉडफ्रे ਕੈਸ ਦੀ, ਤੇ ਉਹਦੀ ਵਾਈਫ ਹੈ ਜਿਹੜੀ ਮੌਲੀ ਫੈਰਨ, ਠੀਕ ਹੈ। ਗॉडफ्रे ਕੈਸ ਕੌਣ ਸੀ? गॉडफ्रे ਕੈਸ ਉਹੀ ਬੰਦਾ ਸੀਗਾ ਜਿਹੜਾ ਡਨਸਟਨ ਕੈਸ ਸੀਗਾ, ਉਹਦਾ ਬ੍ਰਦਰ ਸੀ, ਜਿਹੜਾ ਕਿ ਸਿਲੈਸ ਮਾਰਨਰ ਦਾ 골ਡ ਲੈ ਕੇ ਭੱਜਿਆ ਸੀ। ਡਨਸਟਨ ਕੈਸ ਕੌਣ ਹੈ? गॉडफ्रे ਕੈਸ ਦਾ ਬ੍ਰਦਰ ਹੈ। ਜਿਹੜਾ गॉडफ्रे ਕੈਸ ਹੈ ਇੱਕ ਲੜਕੀ ਨੂੰ ਪਿਆਰ ਕਰਦਾ ਹੈ ਜਿਹਦਾ ਨਾਮ ਹੈ ਨੈਂਸੀ। ਵੈਸੇ ਤਾਂ गॉडफ्रे ਕੈਸ ਦੀ ਵਾਈਫ ਹੈ ਮੌਲੀ ਫੈਰਨ, ਠੀਕ ਹੈ, ਬਟ ਉਹ ਮੌਲੀ ਫੈਰਨ ਨੂੰ ਪਸੰਦ ਨਹੀਂ ਕਰਦਾ ਕਿਉਂਕਿ ਜਿਹੜੀ ਮੌਲੀ ਫੈਰਨ ਹੈ ਸ਼ੀ ਇਜ਼ ਓਪੀਅਮ ਐਡਿਕਟਡ, ਅਫੀਮ ਵਗੈਰਾ ਖਾਂਦੀ ਹੈ। ਬਟ गॉडफ्रे ਕੈਸ ਨੈਂਸੀ ਦੇ ਨਾਲ ਵੀ ਮੈਰਿਜ ਨਹੀਂ ਕਰ ਸਕਦਾ, ਕਿਉਂ? ਕਿਉਂਕਿ ਹੀ ਇਜ਼ ਆਲਰੇਡੀ ਮੈਰਿਡ। ਫਿਰ ਕੀ ਹੁੰਦਾ ਹੈ, ਮੌਲੀ ਫੈਰਨ ਓਪੀਅਮ ਐਡਿਕਟਡ ਹੈ, ਇਹਦੀ ਡੈਥ ਹੋ ਜਾਂਦੀ ਹੈ। गॉडफ्रे ਕੈਸ ਨੇ ਨੈਂਸੀ ਨੂੰ ਕੁਝ ਵੀ ਨਹੀਂ ਦੱਸਿਆ ਹੁੰਦਾ, ਨਾ ਹੀ ਆਪਦੀ ਡਾਟਰ ਬਾਰੇ ਦੱਸਿਆ ਹੁੰਦਾ, ਐਪੀ ਬਾਰੇ ਕਿ ਮੇਰੀ ਡਾਟਰ ਸੀ ਮੈਂ ਉਹਨੂੰ ਛੱਡਤਾ, ਨਾ ਹੀ ਉਹਨੇ ਆਪਦੀ ਵਾਈਫ ਬਾਰੇ ਉਹਨੂੰ ਦੱਸਿਆ ਹੁੰਦਾ ਹੈ। गॉडफ्रे ਤੇ ਨੈਂਸੀ ਆਪਸ ਦੇ ਵਿੱਚ ਕੀ ਹੈ, ਮੈਰਿਜ ਕਰਵਾ ਲੈਂਦੇ ਹੈ। ਇਹਨਾਂ ਦਾ ਇੱਕ ਬੱਚਾ ਹੁੰਦਾ ਹੈ ਜਿਹਦੀ ਡੈਥ ਹੋ ਜਾਂਦੀ ਹੈ। ਬਾਅਦ ਦੇ ਵਿੱਚ ਇਹ ਰਿਵੀਲ ਹੁੰਦਾ ਹੈ ਕਿ ਕਦੇ ਵੀ ਪੈਰੈਂਟਸ ਨਹੀਂ ਬਣ ਸਕਦੇ। गॉडफ्रे ਨੈਂਸੀ ਨੂੰ ਦੱਸਦਾ ਹੈ ਕਿ ਮੇਰੀ ਇੱਕ ਲੜਕੀ ਵੀ ਸੀ, ਆਪਦਾ ਜਿਹੜਾ ਪਾਸਟ ਸੀ ਉਹ ਰਿਵੀਲ ਕਰਦਾ ਹੈ ਕਿ ਮੇਰੀ ਇੱਕ ਲੜਕੀ ਹੈ ਜਿਹਦਾ ਨਾਮ ਐਪੀ ਹੈ ਤੇ ਮੇਰੀ ਵਾਈਫ ਸੀ ਜਿਹਦੀ ਕਿ ਡੈਥ ਹੋ ਗਈ ਹੈ, ਠੀਕ ਹੈ। गॉडफ्रे ਕੈਸ ਤੇ ਨੈਂਸੀ ਆਪਸ ਦੇ ਵਿੱਚ ਪਲਾਨ ਕਰਦੇ ਹੈ ਕਿ ਕਿਉਂ ਨਾ ਆਪਾਂ ਐਪੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਲੈ ਕੇ ਆਈਏ। ਐਪੀ ਕਿਹਦੇ ਨਾਲ ਰਹਿ ਰਹੀ ਹੈ? ਸਿਲੈਸ ਮਾਰਨਰ ਜਿਹਨੇ ਉਹਨੂੰ ਅਡਾਪਟ ਕੀਤਾ ਹੋਇਆ ਹੈ, ਠੀਕ ਹੈ। ਨੈਂਸੀ ਤੇ गॉडफ्रे ਐਪੀ ਦੇ ਕੋਲੇ ਆਉਂਦੇ ਕਿ ਤੂੰ ਸਾਡੀ ਲਾਈਫ ਦੇ ਵਿੱਚ ਵਾਪਸ ਆ ਜਾ, ਬਟ ਜਿਹੜੀ ਐਪੀ ਹੈ ਉਹ ਉੱਥੇ ਬਿਲਕੁਲ ਰਿਫਿਊਜ਼ ਕਰ ਦਿੰਦੀ ਹੈ, ਰਿਜੈਕਟ ਕਰ ਦਿੰਦੀ ਹੈ। ਉੱਥੇ ਐਪੀ ਇੱਕ ਲਾਈਨ ਯੂਜ਼ ਕਰਦੀ ਹੈ, I cannot think of any happiness without him। ਇਹ ਲਾਈਨ ਉਹਨੇ ਕਿਹਦੇ ਲਈ ਯੂਜ਼ ਕੀਤੀ ਸੀਗੀ? ਹਿਮ ਇੱਥੇ ਕੌਣ ਹੈ? ਹਿਮ ਇੱਥੇ ਸਿਲੈਸ ਮਾਰਨਰ ਹੈ। ਉਹ ਕਹਿੰਦੀ ਹੈ ਕਿ ਮੈਂ I cannot think of any happiness, ਕਿ ਮੇਰੀ ਜ਼ਿੰਦਗੀ ਵਿੱਚ ਮੈਂ ਕਿਸੇ ਵੀ ਖੁਸ਼ੀ ਬਾਰੇ ਨਹੀਂ ਸੋਚ ਸਕਦੀ ਵਿਦਆਊਟ ਸਿਲੈਸ ਮਾਰਨਰ, ਕਿ ਮੈਂ ਸਿਲੈਸ ਮਾਰਨਰ ਨੂੰ ਕਿਸੇ ਵੀ ਹੱਦ ਤੱਕ ਕੀ ਹੈ ਨਹੀਂ ਛੱਡ ਸਕਦੀ, ਠੀਕ ਹੈ। ਇੱਥੇ ਉਹ ਰਿਜੈਕਟ ਕਰ ਦਿੰਦੀ ਹੈ। ਐਪੀ ਦਾ ਜਦੋਂ ਬਚਪਨ ਹੁੰਦਾ ਹੈ, ਚਾਈਲਡਹੁੱਡ ਹੁੰਦਾ ਹੈ, ਤੇ ਉਦੋਂ ਇੱਕ ਲੜਕੇ ਨਾਲ ਉਹ ਖੇਡਦੀ ਹੁੰਦੀ ਹੈ, ਉਹਦਾ ਫਰੈਂਡ ਹੁੰਦਾ ਹੈ ਜਿਹਦਾ ਨਾਮ ਹੁੰਦਾ ਹੈ ਐਰਨ। ਫਾਈਨਲੀ ਜਿਹੜੀ ਐਪੀ ਹੈ ਉਹ ਐਰਨ ਦੇ ਨਾਲ ਮੈਰਿਜ ਕਰ ਲੈਂਦੀ ਹੈ ਤੇ ਦੋਨੋਂ ਜਾਣੇ ਜਾ ਕੇ ਕਿੱਥੇ ਹੈ, ਜਿਹੜਾ ਸਿਲੈਸ ਮਾਰਨਰ ਦਾ ਹਾਊਸ ਹੈ ਉੱਥੇ ਕੀ ਹੈ, ਰਹਿਣਾ ਸਟਾਰਟ ਕਰ ਦਿੰਦੇ ਆ, ਠੀਕ ਹੈ। ਸੋ ਦਿਸ ਵਾਸ ਆਲ ਦ ਸਟੋਰੀ ਅਬਾਊਟ ਸਿਲੈਸ ਮਾਰਨਰ। Next is Romola. So Romola got published in 1863 and this is the historical novel written by Eliot. This novel first appeared in 14 parts. ਪਹਿਲਾਂ 14 parts ਦੇ ਵਿੱਚ ਆਇਆ ਸੀ, but ਜਦੋਂ ਇਹ book form ਦੇ ਵਿੱਚ ਆਇਆ ਉਹ ਆਇਆ 1863। ਕਿੰਨੇ volumes ਦੇ ਵਿੱਚ ਆਇਆ ਸੀ? 3 volumes ਦੇ ਵਿੱਚ ਆਇਆ ਸੀ। And this was published in 1862 to 1863 in the Cornhill magazine। ਇਹ ਚੀਜ਼ ਆਪਣੇ ਲਈ ਬਹੁਤ ਇੰਪੋਰਟੈਂਟ ਹੈ, ਠੀਕ ਹੈ, ਕਿ ਜਿਹੜਾ ਨੋਵਲ ਹੈ ਕਿਹੜੀ ਮੈਗਜ਼ੀਨ ਦੇ ਵਿੱਚ ਪਬਲਿਸ਼ਡ ਹੋਇਆ ਸੀ? Cornhill ਮੈਗਜ਼ੀਨ ਦੇ ਵਿੱਚ ਪਬਲਿਸ਼ਡ ਹੋਇਆ ਸੀ। ਇਹ ਜਿਹੜੀ ਸਟੋਰੀ ਹੈ ਕਦੋਂ ਦਾ ਟਾਈਮ ਪੀਰੀਅਡ ਇਹਦੇ ਵਿੱਚ ਦਿਖਾਇਆ ਗਿਆ? ਡਿਊਰਿੰਗ ਦ ਇਟਾਲੀਅਨ ਰੈਨੇਸਾ। ਇਟਾਲੀਅਨ ਰੈਨੇਸਾ ਦਾ ਇਹਦੇ ਵਿੱਚ ਟਾਈਮ ਪੀਰੀਅਡ ਦਿਖਾਇਆ ਗਿਆ। ਲਵ ਟ੍ਰਾਇੰਗਲ ਹੈ। ਕਿਹੜੇ ਕਿਹੜੇ ਕੈਰੈਕਟਰਸ ਹੈ? ਰਮੋਲਾ, ਟੀਟੋ ਐਂਡ ਟੈਸਾ। 3 ਮੇਜਰ ਕੈਰੈਕਟਰਸ ਹੈ। ਰਮੋਲਾ, ਜਿਵੇਂ ਕਿ ਆਪਾਂ ਨੂੰ ਨੋਵਲ ਦੇ ਨਾਮ ਤੋਂ ਹੀ ਪਤਾ ਹੈ, ਰਮੋਲਾ, ਟੀਟੋ ਐਂਡ ਟੈਸਾ, ਠੀਕ ਹੈ। ਸੋ ਪਹਿਲਾਂ ਦੇਖ ਲਓ ਟੀਟੋ ਮੈਲੈਮਾ ਜਿਹੜਾ, ਠੀਕ ਹੈ, ਇਹ ਬਹੁਤ ਹੀ ਕੀ ਹੈ, ਹੈਂਡਸਮ ਪਰਸਨ ਹੈ, ਇੱਕ ਬੜਾ ਸਕਿਮੀ ਜਿਹਾ ਬੰਦਾ ਹੈ ਇਹ। ਇਹਦੇ ਕੋਲੇ ਪੈਸਾ ਵਗੈਰਾ ਕਾਫੀ ਹੈ।
ਇਹ ਕੀ ਹੈ, ਰੋਮੋਲਾ ਦੇ ਨਾਲ ਮੈਰਿਜ ਕਰ ਲੈਂਦਾ ਹੈ। ਟੀਟੋ ਕਿਹਦੇ ਨਾਲ ਮੈਰਿਜ ਕਰਦਾ ਹੈ, ਰੋਮੋਲਾ ਦੇ ਨਾਲ। ਪਹਿਲਾਂ ਤਾਂ ਜਿਹੜੇ ਟੀਟੋ ਮੈਲੇਮਾ ਸੀ ਇਹ ਕੀ ਹੈ, ਰੋਮੋਲਾ ਦੇ ਫਾਦਰ ਤੋਂ ਪੈਸੇ ਵਗੈਰਾ ਲੈਂਦਾ ਰਹਿੰਦਾ ਹੈ, ਠੀਕ ਹੈ, ਉਹਨਾਂ ਨੂੰ ਚੀਟ ਕਰਦਾ ਹੈ। ਫਿਰ ਹੌਲੀ ਹੌਲੀ ਇਹਨੂੰ ਜਦੋਂ ਪਤਾ ਲੱਗਦਾ ਹੈ ਕਿ ਜਿਹੜੀ ਰੋਮੋਲਾ ਇਹ ਵੀ ਬਹੁਤ ਵੈਲਦੀ ਗਰਲ ਹੈ, ਵਧੀਆ ਫੈਮਿਲੀ ਤੋਂ ਬਿਲੋਂਗ ਕਰਦੀ ਹੈ, ਤੇ ਟੀਟੋ ਮੈਲੇਮਾ ਰੋਮੋਲਾ ਦੇ ਨਾਲ ਕੀ ਹੈ, ਮੈਰਿਜ ਕਰ ਲੈਂਦਾ। ਆਪਾਂ ਕਹਿ ਸਕਦੇ ਹਾਂ ਕਿ ਰੋਮੋਲਾ ਵੀ ਉਹਦੇ ਨਾਲ ਕੀ ਬਲਾਈਂਡਲੀ ਮੈਰਿਜ ਕਰ ਲੈਂਦੀ ਹੈ, ਕਿਸੇ ਚੀਜ਼ ਨੂੰ ਬਿਨਾਂ ਪੜਤਾਲੇ। ਸਾਈਮਲਟੇਨੀਅਸਲੀ ਕੀ ਹੈ, ਟੀਟੋ ਮੈਲੇਮਾ ਹੌਲੀ ਹੌਲੀ ਜਦੋਂ ਦੀ ਰੋਮੋਲਾ ਦੇ ਨਾਲ ਮੈਰਿਜ ਹੁੰਦੀ ਹੈ, ਲਾਈਫ ਟਾਈਮ ਬੀਤਦਾ ਜਾਂਦਾ ਹੈ, ਤਾਂ ਇਹਦਾ ਕੀ ਹੈ, ਇਹਦੇ ਵਿੱਚੋਂ ਇੰਟਰਸਟ ਬਿਲਕੁਲ ਖਤਮ ਹੋ ਜਾਂਦਾ ਹੈ, ਠੀਕ ਹੈ। ਉਸੇ ਟਾਈਮ ਤੇ ਟੀਟੋ ਇੱਕ ਮੈਰਿਜ ਕਰਦਾ ਹੈ, ਉਸ ਲੜਕੀ ਦਾ ਨਾਮ ਹੈ ਟੈਸਾ। ਬਿਨਾਂ ਡਾਈਵੋਰਸ ਦਿੱਤੇ ਹੋਏ ਇਹਦੇ ਨਾਲ ਮੈਰਿਜ ਕਰ ਲੈਂਦਾ ਹੈ, ਟੈਸਾ ਦੇ ਨਾਲ। ਟੀਟੋ ਟੈਸਾ ਤੋਂ ਵੀ ਕੀ ਹੈ, ਚੀਟ ਕਰਦਾ ਹੈ। ਇੱਕ ਬੰਦਾ ਹੈ ਜਿਹੜਾ ਦੋ ਜਾਣਿਆਂ ਨੂੰ ਚੀਟ ਕਰ ਰਿਹਾ ਹੈ, ਰੋਮੋਲਾ ਨੂੰ ਵੀ ਚੀਟ ਕਰ ਰਿਹਾ ਉਹ, ਤੇ ਟੈਸਾ ਨੂੰ ਵੀ ਚੀਟ ਕਰ ਰਿਹਾ ਹੈ। ਫਾਈਨਲੀ ਟੀਟੋ ਹੈ ਜਿਹੜਾ, ਇਹਦਾ ਮਰਡਰ ਕਰ ਦਿੱਤਾ ਜਾਂਦਾ ਹੈ, ਟੀਟੋ ਨੂੰ ਮਾਰ ਦਿੱਤਾ ਜਾਂਦਾ ਹੈ। ਤੈਨੂੰ ਮਾਰਦਾ ਕੌਣ ਹੈ, ਟੀਟੋ ਦੇ ਜਿਹੜੇ ਖੁਦ ਦੇ ਫਾਦਰ ਹੁੰਦੇ ਹੈ, ਠੀਕ ਹੈ, ਅਡਾਪਟਿਵ ਫਾਦਰ, ਰੀਅਲ ਫਾਦਰ ਨਹੀਂ, ਟੀਟੋ ਦੇ ਇੱਕ ਅਡਾਪਟਿਵ ਫਾਦਰ ਹੁੰਦੇ ਹੈ ਜਿਹੜੇ ਕੀ ਹੈ, ਟੀਟੋ ਨੂੰ ਮਾਰ ਦਿੰਦੇ ਹੈ। ਉਸ ਤੋਂ ਬਾਅਦ ਜਿਹੜੀ ਰੋਮੋਲਾ ਹੈ, ਰੋਮੋਲਾ ਦੇ ਦੋ ਬੱਚੇ ਹੈ। ਫਿਰ ਰੋਮੋਲਾ ਕੀ ਕਰਦੀ ਹੈ, ਦੋ ਬੱਚਿਆਂ ਦੀ ਕੇਅਰ ਵੀ ਕਰਦੀ ਹੈ, ਪਲੱਸ ਟੈਸਾ ਦੀ ਵੀ ਕੇਅਰ ਕਰਦੀ ਹੈ ਉਹਦੇ ਨਾਲ, ਠੀਕ ਹੈ। ਐਂਡ ਦੇ ਵਿੱਚ ਕੀ ਰਹਿ ਜਾਂਦਾ ਹੈ, ਰੋਮੋਲਾ ਰਹਿ ਜਾਂਦੀ ਹੈ, ਰੋਮੋਲਾ ਦੇ ਨਾਲ ਦੋ ਬੱਚੇ ਰਹਿ ਜਾਂਦੇ ਹੈ, ਐਜ਼ ਵੈਲ ਐਜ਼ ਟੈਸਾ ਰਹਿ ਜਾਂਦੀ ਹੈ, ਠੀਕ ਹੈ। ਆਪਦੀ ਕਜ਼ਨ ਦੀ ਹੈਲਪ ਦੇ ਨਾਲ ਕੀ ਇਹਨਾਂ ਦੀ ਟੇਕ ਕੇਅਰ ਕਰਦੀ ਹੈ। ਸੋ ਆ ਇਹਨਾਂ ਦੇ ਮੇਜਰ ਕੈਰੈਕਟਰਸ ਹੈ, ਮੈਂ ਤੁਹਾਨੂੰ ਦੱਸ ਹੀ ਦਿੱਤਾ। ਰੋਮੋਲਾ ਕੌਣ ਹੈ, ਰੋਮੋਲਾ ਜਿਹੜੀ ਮੇਨ ਪ੍ਰੋਟੈਗਨਿਸਟ ਹੈ, ਜਿਹੜੀ ਟੀਟੋ ਦੀ ਵਾਈਫ ਸੀ, daughter of the classical scholar Bardo di Bardi who lives in Florence. She falls in love with Tito Melema and marries him, but she begins to rebel after gradually releasing his true character. ਜਦੋਂ ਉਹਨੂੰ ਕੀ ਟੀਟੋ ਦਾ original character, true character ਉਹਦੇ ਸਾਹਮਣੇ ਆਉਣਾ ਸਟਾਰਟ ਹੋ ਜਾਂਦਾ ਹੈ, ਤਾਂ ਫਿਰ ਉਹਨੂੰ ਰਿਅਲਾਈਜ਼ ਹੁੰਦਾ ਹੈ। ਟੀਟੋ ਕੌਣ ਹੈ, ਟੀਟੋ is a handsome young Italianate Greek scholar who arrives in Florence after being shipwrecked. ਟੀਟੋ ਦੀ ਕਿਹਦੇ ਨਾਲ ਮੈਰਿਜ ਕਰਾਉਂਦਾ ਹੈ, ਰੋਮੋਲਾ ਦੇ ਨਾਲ ਚੀਟ ਕਰਕੇ ਮੈਰਿਜ ਕਰਾਉਂਦਾ ਹੈ। ਬੈਲਡੇਸਰ ਕੈਲਵੋ ਐਡੋਪਟਿਵ ਫਾਦਰ ਆਫ ਟੀਟੋ ਮੈਲੀਮਾ। ਬੈਲਡੇਵ ਕੌਣ ਹੈ, ਜਿਹਨੇ ਉਹਦਾ ਟੀਟੋ ਦਾ ਐਡੋਪਟਿਵ ਫਾਦਰ ਹੈ, ਜਿਹਨੇ ਕਿ ਟੀਟੋ ਦਾ ਮਰਡਰ ਕੀਤਾ ਸੀਗਾ। ਟੈਸਾ young and naive Florentine girl, her young life has been tragic up until she meets Tito. She marries him in a mock wedding ceremony but is treated as a secret second wife. ਇਹ ਕੌਣ ਸੀ, ਟੈਸਾ, ਜਿਹੜੀ ਸੈਕੰਡ ਵਾਈਫ ਸੀ। ਫਰਸਟ ਵਾਈਫ ਕੌਣ ਸੀ, ਟੀਟੋ ਦੀ, ਰੋਮੋਲਾ। ਸੈਕੰਡ ਵਾਈਫ ਸੀਗੀ ਟੈਸਾ। Bardo di Bardi, father of Romola, blind classical scholar living in Florence. He has one estranged son, Dino, and a daughter, Romola. Romola ਦਾ ਇੱਕ ਬ੍ਰਦਰ ਵੀ ਹੁੰਦਾ, ਬਟ ਉਹਦਾ ਰੈਫਰੈਂਸ ਆਪਾਂ ਨੂੰ ਘੱਟ ਹੀ ਵੇਖਣ ਨੂੰ ਮਿਲਦਾ ਹੈ, ਉਹਦਾ ਨਾਮ ਹੈਗਾ ਡਾਇਨੋ, ਠੀਕ ਹੈ। ਸੋ these were the major characters. ਵੈਸੇ ਤਾਂ ਮੇਜਰ ਤਿੰਨ ਹੀ ਇਹਦੇ ਵਿੱਚ, ਇੱਕ ਰੋਮੋਲਾ, ਇੱਕ ਟੀਟੋ, ਤੇ ਥਰਡ one is Tessa. Next one is the Felix Holt. Felix Holt, the subtitle है The Radical. So this novel was published in 1866 and this is a social novel, ठीक है। historical novel भी ਆਪਾਂ ਕਰ ਲਿਆ, pastoral novel भी कर लिया, and this one is a social novel. So it was about the political disputes in a small English town at the time of the first Reform Act of 1832. ਸੋ ਇਹਦੇ ਵਿੱਚ ਕੀ ਹੈ, ਫੈਲਿਕਸ ਹਾਲਟ ਇੱਕ ਮੇਜਰ ਕੈਰੈਕਟਰ ਹੈ। ਫੈਲਿਕਸ ਹਾਲਟ ਦੀ ਮੈਰਿਜ ਹੁੰਦੀ ਹੈ ਐਸਥਰ ਲਿਓਨ ਦੇ ਨਾਲ। ਹੋਰ ਕੈਰੈਕਟਰ ਕੌਣ ਕੌਣ ਹੈ ਇਹਦੇ ਵਿੱਚ, ਇੱਕ ਇਹਦੇ ਵਿੱਚ ਕੈਰੈਕਟਰ ਹੈ ਹੈਰੋਲਡ ਟ੍ਰਾਂਸਮ, 35 ਇਅਰਸ ਦਾ ਵਿਡੋਵਰ ਹੈ, ਉਹਦੀ ਵਾਈਫ ਦੀ ਡੈਥ ਹੋ ਚੁੱਕੀ ਹੈ। ਹੀ ਇਜ਼ ਅ ਵੈਲਦੀ ਲੈਂਡ ਓਨਰ। ਫੈਲਿਕਸ ਹਾਲਟ ਕੀ ਹੈ, ਹੀ ਵਰਕਸ ਐਜ਼ ਅ ਵਾਚਮੇਕਰ, ਇੱਕ ਵਾਚਮੇਕਰ ਦਾ ਕੰਮ ਕਰਦਾ ਹੈ, ਜਿਹੜਾ ਕਿ ਆਪਦੀ ਮਦਰ ਨੂੰ ਬਹੁਤ ਜ਼ਿਆਦਾ ਸਪੋਰਟ ਕਰਦਾ ਹੈ। ਤਾਂ ਫੈਲਿਕਸ ਹਾਲਟ ਦੀ ਇੱਕ ਅਡਾਪਟਡ ਡਾਟਰ ਹੈ ਜਿਹਦਾ ਨਾਮ ਹੈ ਜੌਬ, ਠੀਕ ਹੈ। ਇਹਦੇ ਵਿੱਚ ਵੀ ਤਿੰਨ ਮੇਜਰ ਕੈਰੈਕਟਰਸ ਹੈ। ਐਸਥਰ ਲਿਓਨ ਕੌਣ ਹੈ, ਜਿਹੜੀ ਇੱਕ ਲੜਕੀ ਹੈ, ਠੀਕ ਹੈ। ਫੈਲਿਕਸ ਹਾਲਟ ਕੌਣ ਹੈ, ਵਰਕਸ ਐਜ਼ ਅ ਵਾਚਮੇਕਰ। ਹੈਰੋਲਡ ਟ੍ਰਾਂਸਮ ਕੌਣ ਹੈ, ਜਿਹੜਾ 35 ਇਅਰਸ ਕੀ ਵੈਲਦੀ ਮੈਨ ਸੀਗਾ, ਵਿਡੋਵਰ ਸੀ। ਹੁਣ ਐਸਥਰ ਲਿਓਨ ਕੀ ਹੈ, ਇਹ ਆਪਦੀ ਲਾਈਫ ਦੇ ਵਿੱਚ ਕੀ ਹੈ, ਹਮੇਸ਼ਾ ਕਨਫਿਊਜ਼ ਰਹਿੰਦੀ ਹੈ ਕਿ ਟੂ ਹੂਮ ਸ਼ੁਡ ਆਈ ਮੈਰਿਜ। ਕਦੇ ਦਾ ਮਨ ਕਰਦਾ ਮੈਂ ਫੈਲਿਕਸ ਦੇ ਨਾਲ ਮੈਰਿਜ ਕਰਵਾ ਲਾਂ, ਕਦੇ ਦਾ ਮਨ ਕਰਦਾ ਮੈਂ ਹੈਰੋਲਡ ਟ੍ਰਾਂਸਮ ਦੇ ਨਾਲ ਮੈਰਿਜ ਕਰਵਾ ਲਾਂ। ਕਿਉਂ, ਕਿਉਂਕਿ ਉਹ ਵੈਲਦੀ ਪਰਸਨ ਹੈ, ਤਾਂ ਕਰਕੇ। ਇਹ ਮਤਲਬ ਸਾਰੀ ਸਟੋਰੀ ਦੇ ਵਿੱਚ ਕਨਫਿਊਜ਼ ਹੀ ਰਹੂਗੀ, ਇਹ ਡਿਸਾਈਡ ਹੀ ਨਹੀਂ ਕਰ ਪਾਊਗੀ ਕਿ ਮੈਂ ਮੈਰਿਜ ਫੈਲਿਕਸ ਦੇ ਨਾਲ ਕਰਵਾਵਾਂ ਜਾਂ ਮੈਂ ਮੈਰਿਜ ਹੈਰੋਲਡ ਟ੍ਰਾਂਸਮ ਦੇ ਨਾਲ ਕਰਵਾਵਾਂ, ਠੀਕ ਹੈ। ਸੋ ਇਹਦੇ ਵਿੱਚ ਤਿੰਨ ਹੀ ਮੇਜਰ ਕੈਰੈਕਟਰਸ ਹੈ, ਐਸਥਰ ਲਿਓਨ, ਫੈਲਿਕਸ, ਐਂਡ ਦ ਥਰਡ ਵਨ ਇਜ਼ ਦ ਹੈਰੋਲਡ ਟ੍ਰਾਂਸਮ। Next work is Middlemarch. Middlemarch the subtitle है A Study of the Provincial Life. Most important है, जॉर्ज एलियट ਦਾ masterpiece ਵੀ work ਮੰਨਿਆ ਜਾਂਦਾ ਹੈ।
So this work appeared in 8 installments या volumes in 1871 and 1872. So this was set in Middlemarch. ਇਹਦੀ setting ਕਿੱਥੋਂ ਦੀ ਹੈ? Middlemarch ਦੀ ਹੈ. A fictional English Midlands town in 1829 to 1832. ਇਹਦੇ ਵਿੱਚ ਮੇਨ ਕੈਰੈਕਟਰ ਕੌਣ ਹੈ? ਡੋਰੋਥੀਆ ਬਰੁਕ। ਡੋਰੋਥੀਆ ਬਰੁਕ ਕੌਣ ਹੈ? ਬਹੁਤ ਹੀ ਇੰਟੈਲੀਜੈਂਟ, ਬਹੁਤ ਹੀ ਨੋਬਲ ਜੀ ਲੜਕੀ ਹੈ, वेल्दी वूमन है जिहड़ी मैरिज करवा लैंदी है किहदे नाल? एडवर्ड कैसाउबॉर्न दे नाल। एक इहदे विच फिक्शनल कैरेक्टर है, फिक्शनल कैरेक्टर दा की नाम है? टर्शियस लिडगेट, जिहड़ा की है एक प्रोग्रेसिव फिजिशियन है। एंड एक लड़की है मैरी जिहड़ी कि डॉटर है कैलब एंड सुजैन दी। इहदे विच तुसीं मेन मेजर कैरेक्टर्स ही याद रखने हैं मेन तां कि डोरोथिया ब्रुक है, डोरोथिया ब्रुक की मैरिज हुंदी है एडवर्ड कैसाउबॉर्न दे नाल। एक इहदे विच फिक्शनल कैरेक्टर है जिहदा नाम है टर्शियस लिडगेट ते एक कैरेक्टर है मैरी गार्थ जिहड़ी कि डॉटर हैगी कैलब एंड सुजैन दी। इहदी स्टोरी तुसीं गूगल दे तो जाके डिटेल दे विच स्टडी कर लियो क्योंकि इहनूं मास्टरपीस मन्निया जांदा है। ਜਿਹੜੇ वर्क्स मास्टरपीस मन्ने जांदे तां आपां नूं कि ਉਹਦੀ ਸਮਰੀ की डिटेल दे विच पता होनी चाहिदी है। नेक्स्ट वन इज डैनियल डिरोंडा। So Daniel Deronda was the last novel which was written by George Eliot. First novel केड़ा सी? Adam Bede, and the second one is Daniel Deronda. So this was the last novel written by Eliot. First published in 8 parts from February to September 1876. ਇਹਦੇ ਵਿੱਚ ਕਿਸ ਚੀਜ਼ ਦਾ ਐਕਸਪੋਜ਼ਰ ਕੀਤਾ ਗਿਆ? ਐਂਟੀ-ਸੈਮਿਟਿਜ਼ਮ ਥੀਮ ਹੈ ਜਿਹੜੀ ਕਿਹੜੇ ਵਰਕ ਦੇ ਵਿੱਚ ਵੇਖਣ ਨੂੰ ਮਿਲਦੀ ਹੈ? ਡੈਨੀਅਲ ਡਿਰੋਂਡਾ ਦੇ ਵਿੱਚ। ਸੋ ਇਹਦੇ ਜਿਹੜੇ ਕੈਰੈਕਟਰਸ ਹੈ ਉਹ ਕੌਣ-ਕੌਣ ਹੈ? First one is the Gwendolen, second one is the Daniel Deronda, third one is Mira. Mira कौन है? Mira एक Jewish girl है, ठीक है। As novel दी starting कित्थे हुंदी है? The novel begins with the meeting of the Daniel Deronda and a Gwendolen in a fictional town of Leobron. ਜਦੋਂ ਨੋਵਲ ਦੀ ਸਟਾਰਟਿੰਗ ਹੁੰਦੀ ਹੈ ਤੇ ਜਿਹੜੇ ਦੋ ਕੈਰੈਕਟਰਸ ਹੈ ਡੈਨੀਅਲ ਡਰੋਂਡਾ ਤੇ ਗਵੈਂਡੋਲਨ ਇੱਕ ਆਪਦੇ ਆਪ ਨੂੰ ਫਿਕਸ਼ਨਲ ਟਾਊਨ ਦੇ ਵਿੱਚ ਮਿਲਦੇ ਹੈ। ਜਿਹੜੀ ਗਵੈਂਡੋਲਨ ਹੈ ਨਾ ਇਹਨੂੰ ਆਪਦੇ ਮਦਰ ਤੋਂ ਇੱਕ ਲੈਟਰ ਆਉਂਦੀ ਹੈ। ਲੈਟਰ ਦੇ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਜਿਹੜੀ ਆਪਣੀ ਫੈਮਿਲੀ ਹੈ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਸਫਰ ਕਰ ਰਹੀ ਹੈ ਕਿ ਤੂੰ ਵਾਪਸ ਆ ਜਾ ਘਰੇ, ਠੀਕ ਹੈ। ਬਟ ਕੀ ਹੁੰਦਾ ਹੈ ਕਿ in despair losing all her money Gwendolen pawns a necklace। pawns ਦਾ ਮਤਲਬ ਹੁੰਦਾ ਗਿਰਵੀ ਰੱਖਣਾ। ਜਦੋਂ ਇਹਨੂੰ ਪਤਾ ਲੱਗਦਾ ਹੈ ਨਾ ਕਿ ਮੇਰੀ ਫੈਮਿਲੀ ਇੰਨਾ ਜ਼ਿਆਦਾ ਸਫਰ ਕਰ ਰਹੀ ਹੈ ਤਾਂ ਇਹਦਾ ਨੈਕਲੇਸ ਗਿਰਵੀ ਰੱਖ ਦਿੰਦੀ ਹੈ। ਤਾਂ ਉੱਥੇ ਕੀ ਹੈ ਗੈਂਬਲਿੰਗ ਵੀ ਖੇਡਣ ਦੀ ਕੋਸ਼ਿਸ਼ ਕਰਦੀ ਹੈ ਕਿ ਮੇਰੇ ਕੋਲੇ ਪੈਸਾ ਆਵੇ ਤਾਂ ਜੋ ਕੀ ਹੈ ਮੈਂ ਪੈਸਾ ਆਪਦੇ ਘਰੇ ਭੇਜ ਸਕਾਂ ਤੇ ਆਪਦੀ ਫੈਮਿਲੀ ਦੀ ਫਾਈਨੈਂਸ਼ੀਅਲ ਹੈਲਪ ਕਰ ਸਕਾਂ। ਬਟ ਇਹਦਾ ਨੈਕਲੇਸ ਜਿਹੜਾ ਇਹਨੇ ਰੱਖਿਆ ਹੁੰਦਾ ਗਿਰਵੀ ਰੱਖਿਆ ਹੁੰਦਾ ਉਹ ਨੈਕਲੇਸ ਇਹਨੂੰ ਪੋਰਟਰ ਦੇ ਦੁਆਰਾ ਰਿਟਰਨ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਪੋਰਟਰ ਇਹਨੂੰ ਵਾਪਸ ਦੇ ਦਿੰਦਾ ਕਿ ਤੂੰ ਗਿਰਵੀ ਨਾ ਰੱਖ। ਇਸ ਚੀਜ਼ ਦਾ ਉਹਨੂੰ ਰਿਅਲਾਈਜ਼ ਹੁੰਦਾ ਗਵੈਂਡੋਲਨ ਨੂੰ। ਉਹਨੂੰ ਲੱਗਦਾ ਕਿ ਸ਼ਾਇਦ ਜਿਹੜਾ ਡੈਨੀਅਲ ਡਰੋਂਡਾ ਉਹਨੇ ਮੈਨੂੰ ਵੇਖ ਲਿਆ ਹੋਣਾ ਕਿ ਮੈਂ ਕਿਸੇ ਪੋਰਟਰ ਦੇ ਕੋਲੇ ਆਪਦਾ ਨੈਕਲੇਸ ਕੀ ਹੈ ਰੱਖ ਰਹੀ ਹੈ, ਗਿਰਵੀ ਰੱਖ ਰਹੀ ਹੈ ਕਿ ਉਹਦੇ ਲਈ ਕੀ ਹੈ ਡੈਨੀਅਲ ਡਰੋਂਡਾ ਕਿ ਉਹਦੇ ਲਈ ਕੀ ਹੈ ਅਟਰੈਕਟ ਫੀਲ ਕਰ ਗਵੈਂਡੋਲਨ ਡੈਨੀਅਲ ਡਰੋਂਡਾ ਦੇ ਕੀ ਪ੍ਰਤੀ ਅਟਰੈਕਟ ਫੀਲ ਕਰਦੀ ਹੈ। ਉਹਨੂੰ ਇਦਾਂ ਹੁੰਦਾ ਕਿ ਸ਼ਾਇਦ ਇਹਨੇ ਮੇਰੇ ਬਾਰੇ ਇੰਨਾ ਸੋਚਿਆ। ਫਾਈਨਲੀ ਕੀ ਹੁੰਦਾ ਜਿਹੜੇ ਡੈਨੀਅਲ ਡਰੋਂਡਾ ਤੇ ਜਿਹੜੇ ਮਿਰਾ ਹੈ, ਠੀਕ ਹੈ, ਦੇ ਰਿਵੀਲ देयर ਲਵ ਫॉर वन ਅਨਦਰ ਐਂਡ ਗੈਟ ਮੈਰਿਡ। ਤੇ ਜਿਹੜੀ ਗਵੈਂਡੋਲਨ ਹੈ ਉਹਦੀ ਕਿਹਦੇ ਨਾਲ ਮੈਰਿਜ ਹੁੰਦੀ ਹੈ? ਉਹਦੀ ਮੈਰਿਜ ਹੁੰਦੀ ਹੈ ਹੈਨਲੇ ਦੇ ਨਾਲ, ਠੀਕ ਹੈ। ਇਹਦੇ ਮੇਨ ਕੈਰੈਕਟਰਸ ਕੌਣ ਸੀ? Gwendolen, Daniel Deronda and Mira. Mira कौन सी? Jewish girl सी। So this was all about George Eliot. So here are some questions. First question is, what is the full name of या फिर original name of George Eliot? Mary Ann Evans. Which work is described by Virginia Woolf as one of the few English novels written for grown-up people? वर्जीनिया वुल्फ ने किहड़े नॉवल दे लई किहा सी वन ऑफ द फ्यू इंग्लिश नॉवल्स रिटन फॉर ग्रोन अप पीपल? मिडलमार्च। मिडलमार्च दा सबटाइटल की सी? A Study of Provincial Life. So which was the first novel of George Eliot? Adam Bede. What was the subtitle of Silas Marner? हाँ, A Weaver of Revelou. Historical novel written by George Eliot. Romola. Tom Tulliver and Maggie Tulliver are characters in which work of Eliot? The Mill on the Floss. What was the subtitle of Felix Holt? The Radical. Subtitle of Middlemarch? A Study of Provincial Life. How many novels were written by George Eliot? G.B. Shaw ने कितने लिखे हैं?
किन्ने प्लेज है सॉरी ਉਹਦੇ हाँ Dina Morris is a character in Adam Bede ਜਿਹਦੇ ਨਾਲ ਕੀ ਅਖੀਰ ਦੇ ਵਿੱਚ ਕੀ ਹੁੰਦਾ ਐਡਮ ਦੀ ਮੈਰਿਜ ਹੋ ਜਾਂਦੀ ਹੈ ਦਿਨਾ ਮੌਰਿਸ ਦੇ ਨਾਲ masterpiece of George Eliot Middlemarch. So this was all about. Thank you. Full name of George Eliot. Which